सूरज चढ़े हजार, 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 जी सो चंदा, जी सो चंदा उगवे, जी सो चंदा उगवे, सूरज चढ़े हजार, सूरज चढ़े हजार, जी सो चंदा उगवे, जी सो चंदा सूरज चढ़े हजार, सूरज चढ़े हजार, एते चानण होंदिया, एते चानण एते चानण होंदिया, एते चानण एते चानण होंदिया, एते चानण गुर बिन कोर अंधार, गुर बिन अंधियार, गुर बिन कोर अंधियार, गुर बिन कोर, सूरज चढ़े हजार, सूरज चढ़े हजार, जी सो चंदा उगवे, जी सो चंदा उगवे, एते चानण होंदिया, एते चानण होंदिया, गुर बिन कोर अंधियार, गुर बिन कोर अंधियार, अंधियार, गुर बिन कोर अंधियार, गुर बिन कोर अंधियार, गुर बिन कोर, सूरज चढ़े हजार, सूरज चढ़े हजार,
सो चंदा उगवे, जिसो चंदा उगवे, सूरज चढ़े हजार, सूरज चढ़े, सूरज चढ़े, सूरज चढ़े हजार। बाहर दिसे चानना, बाहर दिसे चानना, बाहर दिसे चानना, बाहर दिसे चानना, दिल अंधियारी रात, दिल अंधियारी रात, बाहर दिसे चानना, बाहर दिसे चानना, दिल अंधियारी दिल अंधियारी। फरीदा कन्न मुसल्ला सूफ गल, कन्न मुसल्ला सूफ गल, दिल काती गुड़वा, दिल काती गुड़वा, फरीदा कन्न मुसल्ला सूफ गल, फरीदा कन्न मुसल्ला सूफ गल, दिल काती गुड़वा, हाँ दिल काती गुड़वात, दिल काती गुड़वात, दिल काती गुड़वात, बाहर दिसे चानना, हाँ बाहर दिसे चानना, दिल अंधियारी रात, दिल अंधियारी रात, दिल अंधियारी, दिल अंधियारी, दिल अंधियारी
ਰਾਤ ਏਤੇ ਚਾਨਣ ਹੋਂਦਿਆਂ ਗੁਰ ਬਿਨ ਕੋਰ ਅੰਧਿਆਰ। ਪਿਆਰੀ ਸਾਧ ਸੰਗਤ ਜੀ, ਅਸੀਂ 2 ਸ਼ਲੋਕ ਗਾਇਨ ਕੀਤੇ। ਦੋਨਾਂ ਚੋਂ ਸੇਮ ਮੈਸੇਜ ਹੀ ਨਿਕਲ ਕੇ ਆਏਗਾ। ਪਹਿਲਾ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਦਾ ਆਸਾ ਕੀ ਵਾਰ ਵਿੱਚ ਦਰਜ ਹੈ। ਮਹਿਲਾ ਦੂਜਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਿਆਰ। ਸਾਨੂੰ ਲਿਖਤੀ ਤੌਰ 'ਤੇ ਅੰਧਾਰ ਮਿਲੇਗਾ। ਇਹ ਛਾਪੇ ਖਾਨੇ ਵਾਲੀ ਬੀੜਾ ਚੇਂਜ ਹੈ, ਕਿਉਂਕਿ ਐੜਾ ਵਿੱਚੋਂ ਛਾਪੇ ਖਾਨੇ ਵੇਲੇ ਕਿਸ ਹਿਸਾਬ ਨਾਲ ਅਸੀਂ ਨਹੀਂ ਪੜ੍ਹ ਪਾ ਰਹੇ ਹਾਂ, ਇਹ ਗੱਲ ਵੱਖਰੀ ਹੈ। ਲਫ਼ਜ਼ ਹੈ ਅੰਧਿਆਰ। ਜੀ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਿਆਰ। ਇਹਦਾ ਮਤਲਬ ਕੋਈ ਬਾਹਰਲੇ ਸੋ ਕਾਰਡ ਤਥਾ ਕਥਿਤ ਚਾਨਣ ਦੇ ਬਾਰੇ ਗੱਲ ਚੱਲ ਰਹੀ ਹੈ। ਜਿਹੜਾ ਬਾਹਰ ਦਾ ਚਾਨਣ ਹੈ, ਬਾਹਰ ਦੇ ਚਾਨਣ ਦਾ ਇੱਕ ਦਾਇਰਾ ਹੈ। ਬਾਹਰ ਦਾ ਚਾਨਣ ਦੀ ਕੋਈ ਲਿਮਿਟ ਹੈ। ਉਹ ਲਿਮਿਟ ਕਿੱਥੇ ਤੱਕ ਹੈ? ਮੇਰੇ ਸਰੀਰ ਤੱਕ। ਪਰ ਬਾਹਰ ਦਾ ਚਾਨਣ ਮੇਰੇ ਮਨ ਤੱਕ ਨਹੀਂ ਪਹੁੰਚ ਸਕਦਾ। ਲੇਕਿਨ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ, ਬੇਟਾ ਰੋਟੀ ਖਾ ਲਓ। ਬੱਚਾ ਕਹਿੰਦਾ ਮੰਮੀ ਮੇਰਾ ਮਨ ਨਹੀਂ ਹੈ। ਹੋ ਸਕਦਾ ਉਹਨੂੰ ਭੁੱਖ ਲੱਗੀ ਹੋਵੇ, ਹੋ ਸਕਦਾ ਉਹਨੇ ਖਾ ਕੇ ਵਕਤ ਸਿਰ ਜਾਣਾ ਹੋਵੇ ਕਿਧਰੇ, ਹੋ ਸਕਦਾ ਉਹਦਾ ਲੰਚ ਟਾਈਮ ਹੋ ਚੁੱਕਾ ਹੋਇਆ, ਅਸੀਂ ਘੜੀ ਦੇਖ ਕੇ ਕਹਿ ਰਹੇ ਹਾਂ 1 ਵੱਜ ਗਿਆ, ਲੰਚ ਖਾ ਲਓ। ਪਰ ਉਹ ਕਹਿ ਰਿਹਾ ਮੇਰਾ ਮਨ ਨਹੀਂ ਹੈ। ਦੂਜੇ ਪਾਸੇ ਮੈਂ ਸੁਣਿਆ ਕਿ ਮੈਨੂੰ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ, ਗੁਰਦੁਆਰੇ ਜਾਣਾ ਹੈ। ਪਰ ਮੈਂ ਉਹਦੇ ਵਾਸਤੇ ਬਾਹਰ ਦੇ ਚਾਨਣ ਵਾਂਗੂ ਬਾਹਰ ਦਾ ਇੱਕ ਅਲਾਰਮ ਲਗਾਇਆ, ਉਸ ਘੜੀ ਨੂੰ ਕੋਲ ਰੱਖ ਲਿਆ। ਉਹ ਅਲਾਰਮ ਵੱਜਿਆ। ਉਸ ਅਲਾਰਮ ਦੀ ਵੀ ਇੱਕ ਲਿਮਿਟ ਹੈ ਕਿ ਉਹ ਮੇਰੇ ਕੰਨਾਂ ਤੱਕ ਪਹੁੰਚਿਆ, ਪਰ ਮੇਰੇ ਮਨ ਦੇ ਕੰਨਾਂ ਤੱਕ ਨਹੀਂ ਪਹੁੰਚਿਆ। ਇਹਦਾ ਮਤਲਬ ਮੇਰਾ ਜਿਹੜਾ ਸਰੀਰ ਹੈ, ਇਹ ਸਰੀਰਕ ਤਲ ਤੱਕ ਮੈਨੂੰ ਨਜ਼ਰ ਆਉਂਦਾ ਹੈ, ਲੇਕਿਨ ਇਹ ਚੱਲਦਾ ਮਨ ਦੇ ਹਿਸਾਬ ਦੇ ਨਾਲ ਹੈ। ਸਤ ਸੰਗਤ ਜੀ, ਪਹਿਲਾਂ ਅਸੀਂ ਆਪਣੇ ਬਾਰੇ ਖੋਜ ਕਰਨੀ ਆ ਕਿ ਮੈਂ ਕਿਸ ਗੱਲ ਦੇ ਵਿਚਾਰ ਦਾ ਧਾਰਣੀ ਹਾਂ। ਮੇਰੀ ਕੀ ਧਾਰਨਾ ਬਣੀ ਹੋਈ ਹੈ ਵਿਸ਼ਵਾਸ ਦੀ। ਭਾਵੇਂ ਉਹਦਾ ਨਾਂ ਵਿਸ਼ਵਾਸ ਰੱਖ ਲਓ ਅਤੇ ਭਾਵੇਂ ਹੋਵੇ ਉਹ ਅੰਧ ਵਿਸ਼ਵਾਸ। ਲੇਕਿਨ ਇਹ ਤਾਂ ਆਮ ਕਹਾਵਤ ਹੋ ਗਈ ਹੈ ਕਿ ਲੋਕ ਕਹਿੰਦੇ ਹਨ ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਨੇ। ਇਹ ਤਾਂ ਬਸ ਭਾਵ ਦੀ ਪਿਆਰ ਦੀ ਗੱਲ ਹੈ। ਉਹਨਾਂ ਨੇ ਜਿਸ ਨੂੰ ਵਿਸ਼ਵਾਸ ਕਿਹਾ ਹੈ ਉਹ ਹੋ ਸਕਦਾ ਹੈ ਅੰਧ ਵਿਸ਼ਵਾਸ ਹੋਵੇ। ਹੁਣ ਅਸੀਂ ਵਿਚਾਰ ਕਰਨੀ ਆ ਆਪਣੇ ਆਪ ਨਾਲ, ਕੀ ਮੈਂ ਸਮਝਦਾ ਹਾਂ ਕਿ ਰੱਬ ਜੀ ਪਿੱਛੋਂ ਕਿਧਰੋਂ ਆਤਮਾ ਭੇਜਦੇ ਨੇ? ਤਾਂ ਮੈਨੂੰ ਇਹ ਵੀ ਫੈਸਲਾ ਕਰਨਾ, ਜੇ ਮੈਂ ਇਹ ਗੱਲ ਮੰਨਦਾ ਹਾਂ ਕਿ ਰੱਬ ਜੀ ਪਿੱਛੋਂ ਕਿੱਥੋਂ ਆਤਮਾ ਭੇਜਦੇ ਨੇ, ਜਿਹੜੀ ਆਤਮਾ ਸੋ ਕਾਰਡ ਤਥਾ ਕਥਿਤ ਮੇਰੇ ਖਿਆਲ ਵਿੱਚ ਇੰਝ ਵੀ ਹੈ ਕਿ ਸ਼ਾਇਦ ਮੈਂ ਪਿਛਲੇ ਜਨਮ ਵਿੱਚ ਕੁੱਤਾ ਬਿੱਲੀ ਸੀ
ਤਾਂ ਕੁੱਤੇ ਬਿੱਲੀ ਦੀ ਆਤਮਾ ਤੋਂ ਮੈਂ ਅੱਜ ਮਨੁੱਖ ਬਣਿਆ ਦਿਸ ਰਿਹਾ। ਅੱਛਾ, ਹੁਣ ਪੁੱਛਣਾ ਹੈ, ਇਹ ਆਤਮਾ ਉਹੀ ਹੈ ਜਿਹਨੂੰ ਮਨ ਕਹਿ ਰਹੇ ਨੇ? ਤਾਂ ਵਿਚਾਰਨਾ ਪਏਗਾ। ਰੱਬ ਜੀ ਜਾਣਨ ਆਤਮਾ ਆਂਦੀ ਕਿ ਨਹੀਂ ਆਂਦੀ ਪਿੱਛੋਂ, ਪਰ ਡੈਫੀਨੇਟਲੀ ਮਨ ਪਿੱਛੋਂ ਨਹੀਂ ਆਂਦਾ। ਮਨ ਮਨੁੱਖ ਦੇ ਬਾਇਓਲੋਜੀਕਲ ਸਰੀਰ ਦੀਆਂ ਨੀਡਸ ਡਿਜ਼ਾਇਰਸ ਦੇ ਮੁਤਾਬਕ ਇੱਥੇ ਬਣਦਾ ਹੈ। ਅਸੀਂ ਇਹਦੇ ਉੱਤੇ ਪੂਰਾ ਸੈਮੀਨਾਰ ਕਰ ਚੁੱਕੇ ਹਾਂ, ਡਿਟੇਲਡ ਸੈਮੀਨਾਰ। ਮਨ ਕੀ ਹੈ, ਮਨ ਕੰਮ ਕਿਵੇਂ ਕਰਦਾ ਹੈ, ਮਨ ਦੀ ਆਪਣੀ ਇੱਕ ਯੂਨੀਵਰਸ ਹੈ। ਉਸ ਯੂਨੀਵਰਸ ਨੂੰ ਇਸ ਯੂਨੀਵਰਸ ਦੇ ਨਾਲ ਮਿਲਾ ਕੇ ਜੇ ਵਿਚਾਰਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਪੈਰਲਲ ਯੂਨੀਵਰਸ। ਸਾਡੇ ਪੈਰਲਲ ਇੱਕ ਯੂਨੀਵਰਸ ਚੱਲ ਰਹੀ ਹੈ, ਮਨ ਦੀ ਦੁਨੀਆ। ਇਸ ਯੂਨੀਵਰਸ ਵਿੱਚ ਤੁਸੀਂ ਦੇਖਦੇ ਹੋ ਅਨੇਕਾਂ ਧਰਤੀਆਂ, ਪਾਤਾਲ, ਆਕਾਸ਼ ਨੇ। ਦੇਰ ਆਰ ਮੈਨੀ ਗੈਲੈਕਸੀਜ਼। ਪਰ ਮਨ ਦੀ ਵੀ ਇੱਕ ਆਪਣੀ ਹੈ। ਜਿਹੜੀ ਮਨ ਦੀ ਹੈ ਉਹਨੂੰ ਅਸੀਂ ਜਪਜੀ ਸਾਹਿਬ ਵਿੱਚ ਕਾਫੀ ਸਮਾਂ ਲਗਾ ਕੇ 38 ਪੌੜੀਆਂ ਨੂੰ 110 ਘੰਟੇ ਦੇ ਪ੍ਰੋਗਰਾਮ ਵਿੱਚ ਵਿਚਾਰ ਚੁੱਕੇ ਹਾਂ ਕਿ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ ਵੀ ਮਨ ਦੀ ਆਪਣੀ ਇੱਕ ਧਰਤੀਆਂ ਨੇ, ਆਪਣੀਆਂ ਗੈਲੈਕਸੀਜ਼ ਨੇ, ਆਪਣੀ ਇੱਕ ਯੂਨੀਵਰਸ ਹੈ। ਜਦੋਂ ਮਨ ਮੰਦੇ ਮੰਦੇ ਖਿਆਲ ਸੋਚਦਾ ਹੈ ਉਹਨੂੰ ਲੱਖਾਂ ਪਾਤਾਲਾਂ ਪਾਤਾਲ ਕਹਿੰਦੇ ਨੇ। ਜਦੋਂ ਮਨ ਚੰਗੇ ਖਿਆਲ ਸੋਚਦਾ ਹੈ ਉਹਨੂੰ ਆਗਾਸਾਂ ਆਗਾਸ ਕਹਿੰਦੇ ਨੇ। ਸੋ ਜਪਜੀ ਸਾਹਿਬ ਵਿੱਚ ਜਿਹੜਾ ਉਹ ਆਏਗਾ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਉਹ ਜਦੋਂ ਅਸੀਂ ਲੜੀਵਾਰ ਪਹਿਲੀ ਪੌੜੀ ਤੋਂ ਪੜ੍ਹਦੇ ਪੜ੍ਹਦੇ ਉਸ ਮਨ ਦੇ ਬਾਰੇ ਸਮਝਣਾ ਸ਼ੁਰੂ ਕਰਾਂਗੇ ਨਾ, ਜਦੋਂ ਪਹਿਲੀ ਪੌੜੀ ਤੋਂ ਦੂਜੀ ਪੌੜੀ ਅੰਦਰ ਐਂਟਰ ਕਰਦੇ ਜਾਵਾਂਗੇ, ਦੂਜੀ ਤੋਂ ਤੀਜੀ ਪੌੜੀ ਅੰਦਰ ਐਂਟਰ ਕਰਦੇ ਜਾਵਾਂਗੇ, ਇੱਕੋ ਪਾਈਪਲਾਈਨ ਦੇ ਅੰਦਰ ਰਵਾਂਗੇ ਕਿ ਮਨ ਕੁੜਿਆਰ ਤੋਂ ਸੁਚਿਆਰ ਬਣਨਾ ਚਾਹੁੰਦਾ ਹੈ। ਉਸ ਮਨ ਨੂੰ ਸਮਝਾ ਰਹੇ ਨੇ। ਸਮਝਾਉਂਦੇ ਸਮਝਾਉਂਦੇ 21-22 ਪੌੜੀ ਤੱਕ ਪਹੁੰਚਣ ਤੋਂ ਬਾਅਦ ਮਨ ਬਾਰੇ ਗੱਲ ਚੱਲ ਰਹੀ ਹੈ ਕਿ ਮਨ ਦੇ ਵੀ ਪਤਾਲ ਤੇ ਆਗਾਸ ਹੁੰਦੇ ਹਨ। ਔਰ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਉਹ ਮਨ ਦੀ ਅਵਸਥਾ ਹੈ। ਕਦੀ ਤੇ ਉੱਚਾ ਚੜ੍ਹ ਜਾਂਦਾ ਹੈ, ਜਦੋਂ ਉੱਚਾ ਚੜ੍ਹ ਜਾਂਦਾ ਖੇੜਾ ਖੁਸ਼ੀ, ਕਦੇ ਰਸਾਤਲ ਹੀ ਚਲਾ ਜਾਂਦਾ, ਪਤਾਲ ਵਿੱਚ ਵੜ ਜਾਂਦਾ, ਉਸ ਵੇਲੇ ਅਸੀਂ ਉਦਾਸ ਹੁੰਦੇ ਹਾਂ, ਉਸ ਵੇਲੇ ਅਸੀਂ ਡਿਪਰੈਸਡ ਹੁੰਦੇ ਹਾਂ, ਉਸ ਵੇਲੇ ਅਸੀਂ ਅਵਗੁਣਾਂ ਦੇ ਅਕੋਰਡਿੰਗ ਜੀਵਨ ਜੀਂਦੇ ਹਾਂ, ਅਵਗੁਣਾਂ ਦੇ ਇੰਸਪਾਇਰਡ ਜੀਵਨ ਜੀਂਦੇ ਹਾਂ। ਸੋ ਅਸੀਂ ਪਹਿਲਾਂ ਆਪਣੀ ਬਾਣੀ ਪੜ੍ਹ ਕੇ ਬਾਣੀ ਰਾਹੀਂ ਖੋਜ ਕਰਨੀ ਹੈ ਕਿ ਕੀ ਮੈਂ ਮਨ ਅਤੇ ਆਤਮਾ ਇੱਕੋ ਹੀ ਸਮਝਦਾ ਹਾਂ। ਮੈਨੂੰ ਵਿਚਾਰ ਕਰਨਾ ਕਿ ਮਨ ਵੀ ਪਿੱਛੋਂ ਆਇਆ ਜਾਂ ਤਥਾ ਕਥਿਤ ਥਿਊਰੀ ਮੁਤਾਬਕ ਜਿਹੜਾ ਆਤਮਾ ਪਿੱਛੋਂ ਆਈ ਮੈਂ ਉਸੀ ਨੂੰ ਮਨ ਸਮਝੀ ਜਾ ਰਿਹਾ। ਤਾਂ ਬਾਣੀ ਜਦੋਂ ਪੜ੍ਹੀ ਜਾਵਾਂਗੇ ਤਾਂ ਬਾਣੀ 'ਚੋਂ ਪੜ੍ਹਨ ਤੋਂ ਬਾਅਦ ਪਤਾ ਲੱਗੇਗਾ ਬਾਣੀ ਮੇਰੇ ਮਨ ਦੀ ਅਵਸਥਾ ਨੂੰ ਹੀ ਆਤਮਾ ਕਹਿੰਦੀ ਹੈ। ਆਤਮਾ ਪਰ ਆਤਮਾ, ਆਤਮਾ ਪਰ ਆਤਮਾ, ਆਤਮਾ ਪਰ ਏਕੋ ਕਰੇ, ਏਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਆਤਮਾ ਪਰ ਆਤਮਾ, ਆਤਮਾ ਪਰ ਆਤਮਾ।
ਜੇ ਅਸੀਂ ਵਿਚਾਰ ਕੇ ਨਹੀਂ ਪੜ੍ਹਦੇ ਹਾਂ ਤਾਂ ਅਸੀਂ ਬੋਲਦੇ ਹਾਂ ਆਤਮਾ ਪਰਮਾਤਮਾ ਏਕੋ ਕਰੇ। ਪਰਮਾਤਮਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਨਹੀਂ ਹੈ। ਲਫ਼ਜ਼ ਲਿਖਿਆ ਹੈ ਆਤਮਾ ਪਰ ਆਤਮਾ ਏਕੋ ਕਰੇ। ਅਰਥ ਕੀ ਬਣਦੇ ਨੇ? ਆਤਮਾ ਹੈ ਤੇਰੇ ਅੰਦਰ ਵਸਦੇ ਰੱਬ ਜੀ, ਰੱਬ ਜੀ ਦੀ ਵਿਜ਼ਡਮ, ਰੱਬ ਜੀ ਦਾ ਸੁਨੇਹਾ। ਪਰ ਆਤਮਾ ਕੌਣ ਹੈ? ਪਰ ਆਤਮਾ ਹੈ ਮੇਰੇ ਮਨ ਦੀ ਅਵਸਥਾ। ਮੇਰਾ ਮਨ ਪਰਾਇਆ ਕਦੋਂ ਬਣਦਾ ਹੈ? ਜਦੋਂ ਮੇਰਾ ਮਨ ਰੱਬ ਜੀ ਨੂੰ ਇਗਨੋਰ ਕਰਦਾ ਹੈ। ਜਦੋਂ ਮਨ ਰੱਬ ਜੀ ਨੂੰ ਇਗਨੋਰ ਕਰਦਾ ਹੈ ਤਾਂ ਉਸ ਵੇਲੇ ਮਨ ਕਹਿੰਦਾ ਹੈ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਜਦੋਂ ਮੇਰਾ ਮਨ ਰੱਬ ਜੀ ਨੂੰ ਵੱਖ ਕਰਦਾ ਹੈ, ਰੱਬ ਜੀ ਨੂੰ ਪਰਾਇਆ ਸਮਝਦਾ ਹੈ, ਦੁਨਿਆਵੀ ਚੀਜ਼ਾਂ ਆਪਣੀਆਂ ਸਮਝਦਾ ਹੈ, शरीर समेत, रिश्तेदारों समेत, मटीरियल वर्ल्ड, ये सब कुछ मेरा है, भगवान से मुझे कुछ लेना देना नहीं है। ਉਹਨੂੰ ਕਹਿੰਦੇ ਨੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਇੱਕ ਸੀਨ ਬਣਾਉਂਦੇ ਹਾਂ। ਫਰਜ਼ ਕਰੋ ਇੱਕ ਮਨੁੱਖ ਸਾਹਮਣੇ ਟੇਬਲ 'ਤੇ ਬੈਠਾ ਹੈ। ਇਹਨੇ ਮੈਨੂੰ ਆਪਣੇ ਘਰ ਬੁਲਾਇਆ, ਮੈਂ ਆਇਆ, ਮੈਂ ਟੇਬਲ 'ਤੇ ਬੈਠਿਆ। ਇਹਨੇ ਮੇਰੇ ਵਾਸਤੇ ਪੇਪਰ ਅਤੇ ਪੈਨ ਰੱਖਿਆ। ਮੈਨੂੰ ਪੈਨ ਬੜਾ ਸੁੰਦਰ ਲੱਗ ਰਿਹਾ, ਬਹੁਤ ਕੀਮਤੀ ਪੈਨ ਹੈ, ਬੜਾ ਮਹਿੰਗਾ ਪੈਨ ਹੈ। ਉਹ ਇਨਸਾਨ ਮੇਰੇ ਵਾਸਤੇ ਪਾਣੀ ਲੈਣ ਜਾਂ ਇੱਕ ਕੱਪ ਚਾਹ ਲੈਣ ਗਿਆ। मैं पेन चुक के पॉकेट विच रख लिया। दैट मीन्स पेन मेरा है, तुमको मैं नहीं जानता। तुम कौन हो? तुम पराए हो, चीज़ मेरी है। वर्सेस अगर तुम मेरे हो, तुम्हारे साथ पेन भी मेरा ही है ना। बहुत सिंपल जिहा एक कॉन्सैप्ट है। असी उस मनुख वांगू ਰੱਬ ਜੀ ਨੂੰ ਵੱਖ ਕਰਕੇ ਦੁਨਿਆਵੀ ਚੀਜ਼ਾਂ, ਪਰ ਦੁਨਿਆਵੀ ਚੀਜ਼ਾਂ ਦੀ ਪਕੜ ਕੌਣ ਕਰਦਾ ਹੈ? ਮੇਰਾ ਮਨ। ਜਦੋਂ ਮੇਰਾ ਮਨ ਰੱਬ ਜੀ ਨੂੰ ਦੂਰ ਕਰਦਾ ਹੈ ਤਾਂ ਇੱਕ ਅਲਾਮਤ, ਇੱਕ ਮੁਸੀਬਤ ਆਪਣੇ ਸਿਰ ਪਾ ਲੈਂਦਾ ਹੈ। ਉਹ ਅਸੀਂ ਬਾਰ-ਬਾਰ ਪੜ੍ਹਦੇ ਹਾਂ। ਅਸੀਂ ਡਰ ਸੈਮੀਨਾਰ ਵਿੱਚ ਡਿਸਕਸ ਕੀਤਾ ਸੀ। ਡਰ ਡਰ ਮਰਤੇ ਜਬ ਜਾਨੀ ਹੈ ਦੂਰ, डर डर मरते जब जानी है तू, डर डर मरते जब जानी है दूर, डर चुका देखा भरपूर, डर चुका देखा भरपूर। ਡਰ ਡਰ ਮਰਤੇ ਜਬ ਜਾਨੀਏ ਦੂਰ। ਜਦੋਂ ਮੈਂ ਰੱਬ ਜੀ ਨੂੰ ਪਰਾਇਆ ਕੀਤਾ, ਦੂਰ ਕੀਤਾ, ਮੈਂ ਉਸ ਬੰਦੇ ਨੂੰ ਚਾਹੁੰਦਾ ਸੀ ਨਾ ਦੂਰ ਜਾਵੇ, ਅਤੇ ਪੈਨ ਮੈਂ ਚੁੱਕਾਂ। ਪੈਨ ਮੇਰਾ, ਤੁਮ ਪਰਾਏ। ਇੰਝ ਹੀ ਸਾਡੇ ਘਰਾਂ ਵਿੱਚ, ਪਰਿਵਾਰਾਂ 'ਚ ਬਣਦੀ ਨਹੀਂ ਹੈ। ਕਿਉਂ? ਕਿਉਂਕਿ ਪਤਨੀ ਪੇਕੇ ਤੋਂ ਦਾਜ ਲੈ ਕੇ ਆਉਂਦੀ ਹੈ। ਉਹ ਦਾਜ ਦੇ ਸਮਾਨ ਨੂੰ ਕਹਿ ਰਹੀ ਇਹ ਮੇਰਾ ਹੈ, ਇਹ ਮੇਰੇ ਪਾਪਾ ਨੇ दी है, ये अलमारी मेरी है, ये चूल्हा मेरा है, ये गैस मेरी है, ये बेड मेरा है, ये सोफ़ा मेरा है, इसमें तुम्हारी मम्मी नहीं बैठ सकती है। करार कर लिया पराया। मेरा दा झगड़ा शुरू हो गया। नहीं मम्मी जी, मैं आपकी बच्ची हूँ, ये सब कुछ भी आपका ही है। ताकि हो जाएगा, एक रिलेशनशिप शुरू हो जाएगी, हारमनी शुरू हो जाएगी। निक्कियां निक्कियां गल्लां ਅਸੀਂ ਗੱਲ ਅੱਜ ਸਮਝ ਰਹੇ ਹਾਂ। आत्मा पर आत्मा एको करे। आत्मा मीन्स रब जी, पर आत्मा मीन्स मेरे मन की अवस्था। जे तू दोवां नूं एक कर लवें,
दैट इज़ कॉल्ड वननेस विद गॉड, दैट इज़ कॉल्ड अंदरों रब प्राप्त हो गया। दैट मीन्स मेरा मन रब जी दे नाल मर्ज हो गया। साध संगत जी, जदों साडा मन ये बार बार विचार करांगे, मेरे शरीर नूं मन चलांदा है, इन्हां अखां अख नक कंन दे वस कुछ नहीं है। जदों इन्हां अख नक कंन दे वस कुछ ना होवे और आई एम बीइंग मैਨੂਵਰਡ, आई एम बीइंग एक्सप्लॉइटेड, आई एम बीइंग पुल्ड टूवर्ड्स रॉन्ग थिंग्स, ਤਾਂ ਇਸ ਅਵਸਥਾ ਨੂੰ ਜਦੋਂ ਮੈਂ ਇੰਝ ਜੀਂਦਾ ਹਾਂ ਤਾਂ ਉਸ ਵੇਲੇ ਪਤਾ ਹੀ ਕਹਿੰਦੇ ਨੇ, ਇਹ ਅੱਖ ਨੱਕ ਕੰਨ ਨੂੰ ਜੰਤ ਕਹਿੰਦੇ ਨੇ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਕਿਹਦੇ ਵਸ ਹੈ? ਮਨ ਦੇ। ਮੇਰੇ ਸਰੀਰ ਨੂੰ ਮਨ ਚਲਾਉਂਦਾ ਹੈ। ਕੁੜੀ ਵਿਆਹ ਕੇ ਸਾਡੇ ਘਰ ਆ ਗਈ ਹੈ, ਪਰ ਉਹਦਾ ਮਨ ਆਪਣੇ ਪੇਕੇ ਹੈ। ਨਾਓ ਡਿਸਟਰਬੈਂਸ ਸਟਾਰਟਸ। ਆਪੋਜ਼ਿਟ ਕਰੀਏ, ਸੱਸ ਨੂੰਹ ਦੇ ਆਉਣ ਸਾਰ ਧਿਆਨ ਜ਼ਿਆਦਾ ਆਪਣੀ ਵਿਆਹੀ ਹੋਈ ਬੇਟੀ ਵੱਲ ਰੱਖ ਰਹੀ ਹੈ, ਨੂੰਹ ਨੂੰ ਆਪਣੀ ਬੇਟੀ ਨਹੀਂ ਸਮਝ ਰਹੀ। ਪ੍ਰੋਬਲਮ ਸਟਾਰਟਸ। ਸੋ ਜਦੋਂ ਮੇਰਾ ਮਨ ਮੈਨੂੰ ਰੋਂਗ ਰਸਤਿਆਂ 'ਤੇ ਚਲਾਉਣ ਵਾਸਤੇ ਇੰਸਪਾਇਰ ਕਰ ਲੈਂਦਾ ਹੈ, ਉਸ ਵੇਲੇ ਇਸ ਅਵਸਥਾ ਨੂੰ ਕਹਿੰਦੇ ਨੇ ਪਰ ਆਤਮਾ। ਆਤਮਾ ਮੀਨਸ ਰੱਬ ਜੀ, ਪਰ ਆਤਮਾ ਮੀਨਸ ਮੇਰੇ ਮਨ ਦੀ ਨੀਵੀਂ ਅਵਸਥਾ। आत्मा परमात्मा एको करे, अंतर की दुविधा अंदर मरे, अंदर खत्म हो जाएगी। मन राजा, मन ते मानिया। साध संगत जी, किहड़े मन ते मानिया? जे मेरा शरीर दा राजा चालक मन है तो किहड़े मन कोलों मनिया जी? अंदर वसते रब जी कोलों। जदों अंदर वसते रब जी कोलों मेरा मन मान जाता ने, कहो कबीर जब जाना तो मन मानिया। मन माने लोग ना पति जाए ना पति जाए तो क्या की जाए, मन मान गया। जदों मन मान जाता है, की मान जाता है? प्रेम दी गली विच टुरना, दैट आई विल फॉलो द मॉरल्स। ओके सर, आई डेफिनेटली वॉन्ट टू फॉलो द प्रैक्टिस द आइडियल्स। ਜਦੋਂ ਆਈਡੀਅਲਸ ਫੋਲੋ ਕਰਦਾ ਹੈ, ਇਸ ਅਵਸਥਾ ਨੂੰ ਚਾਨਣ ਕਹਿੰਦੇ ਨੇ। ਜਦੋਂ ਵਰਚੂਜ਼ ਨੂੰ ਫੋਲੋ ਕਰਦਾ ਹੈ, ਮੇਰੇ ਸਰੀਰ ਕੋਲੋਂ ਪ੍ਰੈਕਟਿਸ ਕਰਾਉਂਦਾ ਹੈ ਚੰਗੇ ਗੁਣਾਂ ਦੀ, ਇਸ ਅਵਸਥਾ ਨੂੰ ਕਹਿੰਦੇ ਨੇ ਸੰਤਨ ਸੰਗ। ਸੰਤਨ ਕਹਿੰਦੇ ਨੇ ਵਰਚੂਜ਼ ਨੂੰ, ਆਈਡੀਅਲਸ ਨੂੰ, ਮੋਰਲਸ ਨੂੰ, ਮੋਰੈਲਿਟੀ ਨੂੰ, ਗੋਡ ਲਾਈਕ ਕੁਆਲਿਟੀਜ਼ ਨੂੰ, ਸਪਿਰਿਚੁਅਲਿਟੀ ਨੂੰ। मैं एक कोशिश कर रहा कि मैं ਵੱਖਰੇ ਵੱਖਰੇ ਅੱਖਰ ਬੋਲਾਂ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਦਾ ਮੀਨਿੰਗ ਇੱਕੋ ਹੀ ਹੈ। स्पिरिचुअलिटी मीन्स virtues, virtues means morality, morality means ideals, ideals means ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ। ਨਿਰਮਲ ਕਰਮਾਂ ਨੂੰ ਆਈਡੀਅਲਸ ਕਹਿੰਦੇ ਨੇ। ਤੂੰ ਨਿਰਮਲ ਕਰਮਾਂ ਨਾਲ ਜੀਂਦਾ ਨਾ, ਦੁਨੀਆ ਦਾ ਸ੍ਰੇਸ਼ਟ ਧਰਮ ਤੂੰ ਜੀ ਰਿਹਾ। ਨਿਰਮਲ ਕਰਮਾਂ ਨਾਲ ਨਹੀਂ ਜੀਂਦਾ, ਤੂੰ ਰਹਿੰਦਾ ਹੀ ਹਨੇਰੇ 'ਚ। ਸੋ ਚੰਗੇ ਗੁਣਾਂ ਦੇ ਨਾਲ ਜੀਣਾ, ਅੰਤਰ ਕੀ ਦੁਬਿਧਾ ਅੰਤਰ ਮਰੈ। ਹੁਣ ਜਦੋਂ ਅਸੀਂ ਇਸ ਅਵਸਥਾ ਨੂੰ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮੇਰਾ ਮਨ ਇਸ ਸਰੀਰ ਨੂੰ ਚਲਾਉਂਦਾ ਹੈ। ਜੇ ਇਹਨੂੰ ਅਕਲ ਨਹੀਂ ਤਾਂ ਇਹਦੇ ਕੋਲੋਂ ਮੰਦੇ ਕੰਮ ਕਰਾਉਂਦਾ। ਸਾਧ ਸੰਗਤ ਜੀ, ਬਾਰ-ਬਾਰ ਬਰੀਕੀ ਦੇ ਨਾਲ ਜਦੋਂ ਅਸੀਂ ਵਿਚਾਰਦੇ ਹਾਂ ਨਾ, ਤਾਂ ਪਤਾ ਲੱਗਦਾ ਹੈ ਮੰਦੇ ਅਮਲ ਕਰੇਂਦਿਆਂ
ਮੰਦੇ ਅਮਲ ਕਰੇਂਦਿਆ ਏ ਸਜ਼ਾਏ ਤਿਨਾ ਸਜ਼ਾਏ ਤਿਨਾ ਮੰਦੇ ਅਮਲ ਕਰੇਂਦਿਆ ਮੰਦੇ ਅਮਲ ਕਰੇਂਦਿਆ ਏ ਸਜ਼ਾਏ ਤਿਨਾ ਏ ਸਜ਼ਾਏ ਤਿਨਾ ਫਰੀਦਾ ਵੇਖ ਕਪਾ ਹੈ ਜੇਠੀਆ ਜੇ ਸਿਰ ਥੀਆ ਤਿਲਾ ਜੇ ਸਿਰ ਥੀਆ ਤਿਲਾ ਕਾਮਾਦੇ ਅਰ ਕਾਗ ਦੇ ਕੁੰਨੇ ਕੋਇਲਿਆ ਕੁੰਨੇ ਕੋਇਲਿਆ ਏ ਸਜ਼ਾਏ ਤਿਨਾ ਏ ਸਜ਼ਾਏ ਤਿਨਾ ਮੰਦੇ ਅਮਲ ਕਰੇਂਦਿਆ ਮੰਦੇ ਅਮਲ ਕਰੇਂਦਿਆ ਏ ਸਜ਼ਾਏ ਤਿਨਾ ਏ ਸਜ਼ਾਏ ਤਿਨਾ ਸਾਧ ਸੰਗਤ ਜੀ ਆਮ ਤੌਰ ਤੇ ਲੋਕ ਸਵਾਲ ਕਰਦੇ ਹਨ ਆਪਣੇ ਵਿਸ਼ਵਾਸ ਦੇ ਅਨੁਸਾਰ ਆਪਣੇ ਥਾਟ ਪ੍ਰੋਸੈਸ ਅਨੁਸਾਰ ਆਪ ਜਿਸ ਵਿਚਾਰਧਾਰਾ ਦੇ ਮਾਲਕ ਹਨ ਮਨ ਸਾਡਾ ਜਿਸ ਵਿਚਾਰਧਾਰਾ ਦਾ ਮਾਲਕ ਹੁੰਦਾ ਉਹਨੂੰ ਕਰਮ ਕਹਿੰਦੇ ਨੇ ਕਰਮ ਮੀਨਸ ਫਲਸਫਾ ਇਹ ਸ਼ਰੀਰਾ ਮੇਰਾ ਇਸ ਜੱਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ ਉੱਥੇ ਕਰਮ ਦਾ ਮੈਨਾ ਡੀਡਸ ਨਹੀਂ ਹੈ ਕਰਮ ਦਾ ਮੈਨਾ ਤੂੰ ਕਿਹੜੇ ਫਲਸਫੇ ਅਨੁਸਾਰ ਜੀਣਾ ਹੈ ਤੂੰ ਆਪਣਾ ਕੀ ਥਾਟ ਪ੍ਰੋਸੈਸ ਬਣਾਇਆ ਹੋਇਆ ਫਰਜ਼ ਕਰੋ एग्जाम्पल बना लिए मैं थॉट प्रोसेस बनाया है मैं उस समाज का मालक हाँ ओ जी हम तो लोग अपने पुत्र की शादी पे लड़की वालों से अपने आप को बड़ा समझते हैं और हम तो दाज लेते हैं और हमारी शादी में शराबें भी ज़रूर होती हैं हम इस कर्म फलसफे को मानते हैं इसकी हम प्रैक्टिस करते हैं ए कर्म कमाया दूजा समाज कहता है हमारे समाज में जी हम लड़की वालों को बराबर समझते हैं और हम उनसे कोई दाज दूज नहीं लेते हैं हम दोनों को बराबर समझते हैं यह कर्म कमाया सो इट डिपेंड्स कि तू केड़े थॉट प्रोसेस अनुसार जीदा है कर्म कई लोग पुछते हैं सवाल करते हैं वीर जी अगर मरण तो बाद कोई सज़ा ही नहीं है तो इत्थे जो मर्जी कर लो ये आम लोगों की धारणा होती है उन्होंने मैं बेनती करता मैं इत्थे कोई पुलिसमैन कोई थानेदार कोई धर्म का ठेकेदार तो लगा नहीं है तुहाडी मर्जी है जो जी करदा कर लो बट इट शोज़ दैट यू हैव डिज़ायर अंदर दबी हुई है मैं तो समाज से डर के नहीं कर रहा
ਆਪਣੇ ਬਾਰੇ ਸੋਚਣਾ ਹੈ ਕਿ ਮੈਂ ਸਮਾਜ ਤੋਂ ਔਰ ਪੁਲਿਸ ਤੋਂ ਡਰ ਕੇ ਮੰਦੇ ਕਰਮ ਨਹੀਂ ਕਰਦਾ, ਪਰ ਚੁੱਪੇ ਚੁੱਪ ਨਾ ਹੋ ਬਈ, ਭੁੱਖਿਆ ਭੁੱਖ ਨਾ ਉਤਰੀ, ਸੋਚਿਆ ਸੋਚ ਨਾ ਹੋ ਬਈ। ਇਹ ਪਹਿਲੀ ਪੌੜੀ 'ਚ ਹੀ ਸਮਝਾ ਦਿੱਤਾ। ਚੁੱਪ ਰਹਿਣ ਨਾਲ, ਸੁਚਮ ਕਰਨ ਨਾਲ, ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮਨ ਤੇ ਚੁੱਪ ਨਹੀਂ ਕਰੇਗਾ। ਜ਼ੋਰ ਨਾ ਰਾਜ ਮਾਲ, ਮਨ ਸ਼ੋਰ ਪਾਉਂਦਾ ਰਹੇਗਾ। ਪਰਸੋਂ ਸਾਡਾ ਪ੍ਰੋਗਰਾਮ ਸੀ ਹਰਗੋਬਿੰਦ ਐਨਕਲੇਵ। ਲੰਗਰ ਖਾਣ ਵੇਲੇ ਇੱਕ ਮੁੰਡਾ ਮੇਰੇ ਕੋਲ ਕਾਨੇ 'ਚ ਆ ਕੇ ਕਹਿੰਦਾ, वीर जी मेरे पापा कहते हैं सिमरन करना चाहिए, मन टिकाना चाहिए, आप मेरे को बताओ मेरा मन टिकता नहीं है तो मैं क्या करूं। मैंने पापा से बोला, पापा ने बोला चौंकड़ा मार, सामने दीवार पे एक बिंदु बना ले और उस बिंदु पे अपना ध्यान टिका ले, अपनी आंखें खोल के बिंदु को देखता रहे, आस्ता 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 ध्यान टिकता जाएगा। बिंदु को देखते 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 आंखें बंद कर लेना। वीर जी तुहाडा इस सिमरन बारे की ख्याल है। मैं उन्होंने सिंपल बेनती की, मैनू नहीं समझ इस बारे। बिंदु पे ध्यान टिकाने से गुरमत मेडिटेशन तो मानती नहीं है कोई। बिंदु पे ध्यान टिका लिया, उसके बाद आंखें बंद कर ली। लेकिन जब आंखें बंद खोली और जब अपनी सो काट तथा कथित चौकड़ी समाधि से उठे, किसी ने मेरी जात का नाम नहीं लिया, किसी ने मेरे को गरीब फक्कड़ समझ लिया, किसी ने मेरे को नीची जात का समझ लिया। मैं 10 लाख की कार में आया और किसी ने मेरे को बोला क्या खटारा सी कार में आ गया, उस टाइम तो मैं डिस्टर्ब हो जाता हूँ। कोई मेरी उस्तत करे तो मैं हवा में उड़ जाता हूँ, कोई मेरी बेइज्जती करे तो मैं बेइज्जती परवान कर लेता हूँ और मैं डिस्टर्ब भी हो जाता हूँ। ए समाधि नहीं हुई। सिद्ध साधक मोनी भाव थक के नामे नूं ले लै। ऐसियां बड़ियां लिवां उन्हां लोकां ने लाइयां। मन चुप नहीं है, मन डिजायर कर रहा है कि मैं मंदा अमल करना चाहता हाँ। मन डिजायर कर रहा है कि मैं उच्चा बोलना, मन डिजायर कर रहा है कि मैं गाल कड्डा, क्योंकि मन की अपनी जबान है, मन का अपना मुँह है, मन दियाँ अपनियां अखां ने। इन्हां अखां, इन्हां जबान, इन्हां दे वास कुछ भी नहीं है। मन कहता है कि अब गाल ही निकाल लो तो इस रसना तो गाल निकलती है। जदों इस रसना तो गाल निकलती है तो मन की रसना नूं पुछिया, ये रसना तू अनरस राच रही, तेरी प्यास ना दे। इस रसना नूं नहीं किया। मैं जीभ कट के तुहानूं दस्सदा, दिस टंग इज नॉट पॉइंटेड आउट। वट इज पॉइंटेड आउट? मन की रसना, मन दियाँ अखां। जिस कोल मन दियाँ अखां नहीं है वो किसी इस्त्री वाल देख के मंदे ख्याल बनाता है, पर जिस कोल मन दियाँ अखां ने वो दामनी नूं ही देख के अपनी भैन समझदा है। बस इतना जिहा ही फर्क है। मन दियाँ अखां, दामनी दा केस तुसीं सारे जानते हो। गल चल रही है मन दी। मन ਜਿਹੜੇ ਅਵਗਣੀ ਜੀਵਨ ਜੀਂਦਾ ਹੈ ਉਹਨਾਂ ਨੂੰ ਹਨੇਰੇ ਦੀ ਅਵਸਥਾ ਕਹਿੰਦੇ ਹਨ। ਜਦੋਂ ਮੇਰਾ ਮਨ ਅਵਗਣੀ ਜੀਵਨ ਜੀਣਾ ਚਾਹੁੰਦਾ ਹੈ ਤਾਂ ਮਾਨੋ ਇਸਨੇ ਮੰਦਾ ਅਮਲ ਕਰ ਲਿਆ। फॉर एग्जाम्पल, मैं इसका कुछ बिगाड़ना चाहता, इसका मीन्स XYZ का, जिसके साथ मेरी रंजिश है, कोई बदला लेना चाहता हूँ, या किसी ने मेरा कुछ बिगाड़िया भी नहीं है, किसी दे पुत्र का रिश्ता फलाणिया दी धी नाल होण वाला है, मेरा उन्होंने कुछ बिगाड़िया नहीं है, पर मेरा दिल कर रहा फलाणिया दी धी का रिश्ता मेरे पुत्र नाल होवे तो मैं उन्हों का बिगाड़ना शुरू कर देंगा ना। हालांकि उन्होंने मेरे बारे कुछ नहीं पता, मैनू उन्होंने बारे कुछ नहीं पता, उन्होंने कोई अवगुण नहीं पता, बट आई वॉन्ट माई वैसटिड इंटरस्ट। मैं अपनी धी का रिश्ता कराना चाहता। ਇਹਦਾ मतलब ये होया, ਜਦੋਂ ਅਸੀਂ ਕਿਸੇ ਦੇ ਵਿਗਾੜ ਬਾਰੇ ਕੁਝ ਸੋਚਦੇ ਹਾਂ, ਸੋਚਿਆ, ਮਨ ਦੇ ਤਲ ਤੇ ਮੰਦਾ ਅਮਲ ਹੋ ਗਿਆ। ਧਰਮ ਰਾਜ मतलब ਧਰਮ ਦੀ ਕਚਹਿਰੀ मीनस अंदर वसदे रब जी, वाचै धर्म हदूर, वो देख रहे ने, उन्होंने मैनू पकड़ लिया। तुम तो गए भाई साहब, तुम तो पकड़े गए, तुम तो फेल हो गए, तुम तो रब जी की दरगाह के अंदर नहीं जा सकते।
You cannot have practice of introspection. तू अपने बारे विचार नहीं कर पाएगा। सो बाणी कहती है, वेख फरीदा वेख कपा है जे थिया जे सिर थिया तिला। कपा ने की कसूर किया, कॉटन ने कोई नुक्स नहीं किया। जे वेख कपा है जे थिया उन्होंने किस तरह बनाते हैं, सारा सिस्टम तुसी लोग जानते हो। जे सिर थिया तिला, तिलों चो तेल कढ़िया जाता उन्होंने निपीड़ते हैं। कामाद दे अर कागद कुन्ने कोई लिया, कामाद कहते हैं गन्ने नूं निपीड़ते हैं, रस कढ़ते हैं। कागद किस तरह बनता तुसीं जानते हो। कुन्ने कुन्नी आग उत्ते रखी जाती अते थल्ले कोयले पकते हैं। ਇਹ ਸਾਰੇ इस तरह मेरे मन जे तू मंदे अमल सोचदा भी है। फर्ज करो मेरे बेटे का विआह होया, मैं दाज नहीं लिया, पर ਜਦੋਂ ਮੈਨੂੰ ਲੋਕਾਂ ਦੇ ਬਾਰੇ ਪਤਾ ਲੱਗਦਾ, ਲੋਕਾਂ ਕੋਲ ਪੈਸਾ ਵੀ ਜ਼ਿਆਦਾ, ਮਕਾਨ ਵੀ ਜ਼ਿਆਦਾ, ਪ੍ਰਾਪਰਟੀ, ਉਹਨਾਂ ਦੀਆਂ ਧੀਆਂ, ਉਹਨਾਂ ਦੀਆਂ ਨੂੰਹਾਂ ਪ੍ਰਾਪਰਟੀਆਂ ਲੈ ਕੇ ਆਈਆਂ ਨੇ, ਲੱਖਾਂ ਕਰੋੜਾਂ ਦੀਆਂ ਕਾਰਾਂ ਲੈ ਕੇ ਆਈਆਂ ਨੇ, ਤਾਂ ਮੇਰਾ ਮਨ सोचने लग पिया, अरे काश हमने भी लिया होता यार। लिया तो नहीं है, बट लिया होता इज मंदा अमल। लिया होता हुण तैनू मुसीबत विच पाई रखेगा, तू सजा विच रवेगा। ओनू कहंदे ने मन जाने सब बात, मन जाने सब बात, जानत ही अवगुण करे, जानत ही अवगुण करे, मन की कुशलात काहे की हाथ दीप कुएं परे, हाथ दीप कुएं परे, हाथ दीप कुएं परे, हाथ दीप कुएं परे, मन जाने सब बात। कबीर मन जाने सब बात। जदों भुलेखा पै जाता ना मैं सब कुछ जानता हूँ, यह अपने आप ही मंदा अमल है। जानत ही अवगुण करे, अवगुण की करता, बैड डीड्स नहीं करता। अवगुण करे का मतलब है सब तो वड्डा ये वाला अवगुण है कि मैं सच नूं इग्नोर करता। किसी इंग्लिश फिलोसफर नूं किसी ने पूछा सी द बिगेस्ट सिन ऑन दिस अर्थ कैन यू एक्सप्लेन, उन्हें आंसर किया सी द बिगेस्ट सिन इज इग्नोरेंस। इग्नोर किया। पिछले तो 2-3 हफ्ते हुए मैं कार चला रहा सी और मैं कार चलांदे रेड लाइट ते पहले नंबर ते मेरी कार आ गई। मैं कार अगे जाके खड़ी कर दी। एवें तो 3-4 कारां बाद रेड लाइट ते मेरी कार खड़ी होंदी सी, मैनूं पता ही नहीं सी। लेकिन जदों रेड लाइट हुई मैं देखा मेरी पहली कार सी। मैं कार जाके जीब्रा क्रॉसिंग उत्ते खड़ी कर दी। सामने से पुलिस वाला है, उसने मेरी फ़ोटो खींच ली। अब मैं उसको बोल रहा हूँ नहीं मैंने तो रेड लाइट पे खड़ी कर दी है। वो कह रहा नहीं सरदार जी आपने ज़ीब्रा क्रॉसिंग के ऊपर खड़ी की है, ये ज़ीब्रा क्रॉसिंग पैदल वाले के लिए है। अगर तुम्हें मालूम नहीं है अब तुम्हें टिकट आएगी, चलान कटेगा। की होया मैं इग्नोरेंट था, मेरे से गलती हो गई। क्या गलती हुई? ज़ीब्रा क्रॉसिंग पे खड़ा किया। नहीं, गलती पता क्या हुई? मैं इग्नोरेंट था इसलिए ज़ीब्रा क्रॉसिंग पे खड़ा हुआ। बहुत सिंपल है। धर्म की डेफिनेशन कहती है
ਦ ਮੂਮੈਂਟ ਤੂੰ ਮੰਦਾ ਸੋਚਿਆ, ਧਰਮ ਦੀ ਕਚਹਿਰੀ ਵਿੱਚ ਪਕੜਿਆ ਗਿਆ। ਜੈ ਸਿਰ ਰਚ ਰਚ ਬਾਂਧਤ ਪਾਗ, ਜੈ ਸਿਰ ਰਚ ਰਚ ਬਾਂਧਤ, ਸੋ ਸਿਰ ਚੁੰਚ ਸਵਾਰੈ ਕਾਗ, ਸੋ ਸਿਰ ਚੁੰਚ ਸਵਾਰੈ। ਜੈ ਸਿਰ ਰਚ ਰਚ ਬਾਂਧਤ ਪਾਗ, ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸੋ ਸਿਰ। इस तन तन को क्या गरबैया, राम नाम काहे ना दृढ़ैया, कहत कबीर सुनो मन मेरे, यही हवाल होएंगे तेरे। जय सिर रच रच बांधत, सो सिर चुंच सवारै काग, सो सिर चुंच सवारै काग। काग प्रतीक है, गुरबाणी विच प्रतीक है विकारां दा, वाइसिस दा। ਕਾਂ, सो सिर चुंच सवारै काग, ਕਾਂ काले ਕਾਂ, काले कारनामिਆਂ वास्ते थॉट प्रोसेस। काले मीन्स हनेरा। जै सिर रच रच बांधत पाग, पग इस पगड़ी नूं नहीं कह रहे ने, पाग का मतलब होता है पग, कदम। जिस नक्शे कदम के ऊपर तू चल रहा है, जो अपने अंदर तू मंसूबे पैड़ करने के बना रहा है, जो मंदा तू चितव रहा है। जै सिर अपने थॉट प्रोसेस के अंदर रच रच बांधत पाग, ऐसे करूँगा फिर ऐसे करूँगा फिर ऐसे करूँगा फिर ऐसे करूँगा फिर ऐसे करूँगा, फिर उसके बाद देखा जाएगा, रिश्वत दे के छूट जाएंगे, वकील अपना है, जज को खरीद लेंगे, सारे अंदर सारियां गल्लां बनाई जा रहे हैं। जै सिर रच रच बांधत पाग, सो सिर चुंच सवारै काग। उसको ना मंदे ख्याल आया करेंगे, विकार। साध संगत जी, साडा अज दा टॉपिक चल रहा है हनेरा वर्सिस चानण, और असी श्लोक पढ़ रहे हैं जिहदी असी रोज आसा की वार सुनते हैं। कितनी विडंबना है, कितने अफसोस की गल है। आसा की वार भी सुन ली, जे 100 चंदा उगवे सूरज चढ़े 1000, और गुरुद्वारे अंदर बत्तियां भी जगा लियाँ, लड़ियाँ भी जगा लियाँ, जागू दियाँ बत्तियां भी लगा लियाँ, ढेर सारे बल्ब लगा ले, संगतां ने भी लगा ले, बाहर भी लाइटां जगा दित्तियां, अपने घर भी जाके लगा लियाँ लड़ियाँ, और संगतां हुण आके मोमबत्तियां भी जगानगियां, संगतां अपने घर भी दीवे बालनगियां, संगतां इत्थे भी बालनगियां। सब कुछ क्या हो रहा है? 100 सूरज तो छोड़ो, एक सूरज के बराबर की लाइट भी नहीं है, पर गुरु साहब कर रहे हैं सूरज चढ़े 1000, 1000 सूरजों के बराबर बाहर लाइट तू कर ले। ओके, जे 100 चंदा उगवे सूरज चढ़े 1000, इतनी लाइट कर ली। अरे रोज तुम तो आसा की वार पढ़ते थे, रोज कहते साढ़े गुरुद्वारे निरोल आसा की वार होती है, एंड हाउ कम हनेरा इज देयर। कदे असी भाई साहब जी की तनख्वाह के बारे सोचा नहीं, कदे सेवादार जी की तनख्वाह। इत्थे दे प्रबंधक पढ़े लिखे होणगे तो शायद बैटर अरेंजमेंट करते होणगे, वरना भाई साहब जी, सेवादार जी, ग्रंथी सिंह जी, ये सारे दे आर मिसट्रीटिड लाइक जिस तरह घर के मेड्स और सर्वेंट्स होंगे ने। यह हनेरे की अवस्था है, प्रबंधक सुते हुए ने, प्रबंधकों के थॉट प्रोसैस विच हनेरा है, उन्होंने मनुख ही नहीं समझते। जेड़ा मनुख जिसकी घर नहीं चलती, जिसकी घर वोटी नहीं मनती, वो गुरुद्वारे आके प्रबंधक बनते हैं ना, तो आके फिर इंज करते हैं। इस गुरुद्वारे की नहीं गल चल रही,
मैं आम तौर पे सब जगह मनमत क्यों हो रही है, बाहर 100 कार्ड चानण ते कीता जा रहा, पर हनेरे वाले काम क्यों हो रहे ने? क्यों असी नगर कीर्तन विच ਲੱਖਾਂ ਕਰੋੜਾਂ रुपए खर्च कर रहे हैं? ਸਾਧ ਸੰਗਤ ਜੀ ਬੜੇ ਅਫਸੋਸ ਦੀ ਗੱਲ ਹੈ, ਮੈਂ 96 ਵਿੱਚ ਅਮਰੀਕਾ ਤੋਂ ਬੜੇ ਸਾਲਾਂ ਬਾਅਦ ਆਇਆ ਸੀ, ਤਾਂ ਮੈਂ ਸੋਚਿਆ ਅਸੀਂ ਤੇ ਕਿਸੇ ਕੋਲੋਂ ਪੈਸੇ ਮੰਗਾਂਗੇ ਹੀ ਨਹੀਂ। ਮੈਂ ਆਪਣੇ ਪੱਲਿਓਂ ਡਾਲਰਸ ਲਿਆਇਆ, ਆਪ ਟਿਕਟ ਖਰਚ ਕੇ ਆਇਆ, ਮੈਂ ਕਿਸੇ ਨੂੰ ਡਿਮਾਂਡ ਹੀ ਨਹੀਂ ਕਰਾਂਗਾ, ਔਰ ਮੈਂ ਇੱਕ ਐਂਬੂਲੈਂਸ ਚਲਾ ਦਿਆਂਗਾ। ਘਰੋਂ ਮੇਰੀ ਮਾਂ ਨੇ, ਮੇਰੇ ਭਰਾ ਨੇ ਮੈਨੂੰ ਕਿਹਾ ਜਾ ਕੇ ਉੱਥੇ ਐਂਬੂਲੈਂਸ ਚਲਾਉਣੀ ਹੈ, ਅਤੇ ਅਸੀਂ ਗਰੀਬਾਂ ਵਾਸਤੇ ਐਂਬੂਲੈਂਸ ਚਲਾਵਾਂਗੇ। ਅਸੀਂ ਸਾਊਥ ਦਿੱਲੀ ਹੈ, ਈਸਟ ਦਿੱਲੀ ਹੈ, ਵੈਸਟ ਦਿੱਲੀ 'ਚ ਗਰੀਬਾਂ ਵਾਸਤੇ ਐਂਬੂਲੈਂਸ ਚਲਾਵਾਂਗੇ। ਐਂਬੂਲੈਂਸ ਮਰੀਜ਼ ਚੁੱਕ ਕੇ ਹਸਪੀਟਲ ਲੈ ਜਾਏਗੀ, ਐਂਬੂਲੈਂਸ ਕ੍ਰੋਸਿੰਗ 'ਤੇ ਖੜੀ ਹੋ ਕੇ ਲੋਕਾਂ ਨੂੰ ਦਵਾਈ ਦੇਗੀ, ਅਤੇ ਇਸ ਤਰੀਕੇ ਨਾਲ ਸਾਨੂੰ ਦੇਖ ਕੇ ਲੋਕ ਹੋਰ ਵੀ ਐਂਬੂਲੈਂਸ ਵਾਸਤੇ ਕੰਟਰੀਬਿਊਸ਼ਨ ਕਰਨਗੇ। ਸਾਧ ਸੰਗਤ ਜੀ, ਸਾਡੀ ਇੱਕ ਐਂਬੂਲੈਂਸ ਉੱਤੇ ਜਿਹੜੀਆਂ ਦਵਾਈਆਂ ਦਿੰਦੇ ਆ ਉਹਦਾ 6 ਲੱਖ ਸਾਡੇ ਸਿਰ ਕਰਜ਼ਾ ਚੜ ਗਿਆ। ਲੋਕਾਂ ਨੇ ਸੰਗਮਰਮਰ ਲਗਾਏ, ਲੋਕਾਂ ਨੇ 26 ਸੋਨੇ ਦੇ ਲਗਾਏ, ਲੋਕਾਂ ਨੇ ਕਲਸ਼ ਲਗਾਏ, ਲੋਕਾਂ ਨੇ ਨਗਰ ਕੀਰਤਨ ਵਿੱਚ ਕਰੋੜਾਂ ਉਜਾਰੇ, ਲੋਕਾਂ ਨੇ ਨਗਰ ਕੀਰਤਨ ਵਿੱਚ ਜਿਸ ਟਰੱਕ 'ਤੇ ਗੁਰੂ ਗ੍ਰੰਥ ਸਾਹਿਬ ਜਾ ਰਹੇ ਸੀ ਉਹਦਾ ਟਾਇਰ ਧੋਏ। ਪਰ ਹੁਣੇ ਦਿੱਲੀ ਅੰਦਰ ਹੀ ਗੱਲ ਕਰ ਰਿਹਾ, ਸੰਗਤਾਂ ਨੇ ਇਸ ਕੰਮ ਵਾਸਤੇ ਕੰਟਰੀਬਿਊਸ਼ਨ ਨਹੀਂ ਕੀਤਾ। ਜੇ ਟੀਵੀ ਪ੍ਰੋਗਰਾਮ ਟੈਲੀਕਾਸਟ ਹੋਣਾ ਸੀ ਤਾਂ ਅਸੀਂ ਕਮ ਸੇ ਕਮ 15 ਚੈਨਲ ਵਾਲਿਆਂ ਕੋਲ ਗਏ, ਸਾਰੇ ਚੈनल वाले पैसे मांगते सी। मैं उन्होंने कहा हमारा प्रोग्राम तुम चलाओ, इससे ना लोगों के घरों की रिलेशनशिप ठीक हो रही है, लोग आके एक्नॉलेज कर रहे हैं, तो इसको चला दो। और मैंने कहता भूपिंदर सिंह जी तुमको कोई जानता नहीं है। मैं क्या, अच्छा अगर मैं कपड़े उतार के डांस करना शुरू करूँ फिर तो लोग जान जाएंगे, फिर तो तुम कैमरा लगा के मेरा प्रोग्राम पब्लिक को फ्री दिखाया करोगे। पर हम दुनिया के घर बसाने की बात कर रहे हैं। ਜਿਵੇਂ ਮੇਰੇ ਵੀਰ ਸੁਖਬੀਰ ਨੇ ਅਨਾਊਂਸ ਕੀਤਾ ਕਿ ਮੈਂ ਸਿਵਲ ਇੰਜੀਨੀਅਰ ਸੀ, ਬ੍ਰਿਜਿਸ ਬਣਾਉਣ ਦੇ ਬਦਲੇ ਲੋਕਾਂ ਦੇ ਹਾਰਟ ਟੂ ਹਾਰਟ ਫੈਮਲੀਜ਼, ਬੜੇ ਹਿੰਦੂ ਮੁਸਲਮਾਨ ਸਿੱਖ ਪਰਿਵਾਰ ਵੀ ਆਉਂਦੇ ਨੇ। ਅਸੀਂ ਲਾਵਾਂ ਉੱਤੇ ਸੈਮੀਨਾਰ ਕੀਤਾ ਸੀ 4 ਦਿਨ ਸਪਰੂ ਹਾਊਸ। ਮੈਂ ਸੈਲਫ ਪ੍ਰੇਜ਼ ਨਹੀਂ ਕਰ ਰਿਹਾ, ਇੱਕ ਲਾਂਗ 9 ਆਵਰਸ ਪਰ ਡੇ 36 ਘੰਟੇ ਲਗਾ ਕੇ 4 ਦਿਨਾਂ ਸਮਝਿਆ। ਸਾਹਮਣੇ ਜਾਮਾ ਮਸजिद तो एक मुसलमान कपल आया सी, 4 दिन सुनने के बाद कहता है सरदार जी अगर ये बात लोगों को समझ में आ जाए तो धरती से तलाक ख़त्म हो जाएगा। मैं क्या, अपना लो फिर। लेकिन टीवी ते टैलीकास्ट वास्ते साडे कोल उन्होंने ने 15,000 रुपये रोज़ मंगे। साडा प्रोग्राम असी जिन्ने पल्लियों इकट्ठे करते सी 5-6 साल चलिया, उस तो बाद हुण 7 दिन नहीं आंदा। 7 दिन क्यों नहीं आंदा? संगतां ने कंट्रीब्यूट नहीं किया। संगतां कितने कंट्रीब्यूट कर दियाँ? नगर कीर्तन में करेंगे। नगर कीर्तन में आओगा, बैंड बाजे वाले तुत्तू वाले आएंगे, तुत्तू वाले ते पैसे लगावांगे, प्रचार वास्ते पैसे नहीं लगावांगे। अकली साहब सेविया अकली पाइए मान, अकली पढ़ के बुझिए, अकली कीचे दान, सानू समझ ही नहीं आया। ए की है? हनेरे दा कम। जय सिर रच रच बांधत पाग, तू जो कदम सोच रहा है ना, सो सिर चुंच सवार है काग। इस तन धन को क्या कर भैया? तन धन की है तेरा थॉट प्रोसेस कि मैं बड़ा चतर सियाणा, मैं अवगुण करके भी पता नहीं लगन देंदा पुलिस नूं। इस तन धन को क्या कर भैया? राम नाम काहे ना दृढ़ैया, कहत कबीर सुनो मन मेरे, यही हवाल होएंगे तेरे। तैनू इस तरह कां साथ जी मरण तो बाद कां सतान या ना सतान, वैसे मोस्टली नहीं सताते हैं, क्योंकि रिश्तेदार पहले ही आ जाते हैं, वो छालां भी पा देंगे ने, कोल खड़े हो जाते हैं, कां तो आन ही नहीं देंगे। मरण तो बाद कां असी प्रैक्टिस ही नहीं किए हुए, मरण तो बाद वाले कां असी तसव्वुर ही नहीं कर सकते। जींदे जी कोई कां चमड़े हुए ने सानू, कां कालख मंदे ख्याल, कां हनेरा। जे 100 चंदा उगवें सूरज चढ़े 1000, एते चानण होंदिया, इतना चानण होने के बावजूद भी गुरबिन घोर अंधियार, अंधार लफज एक्चुअली अंधियार है, हनेरा ही रहेगा। गुरबिन घोर अंधियार। साध संगत जी गुरबिन का की मतलब होया? असी, मैं मेरे वीर सुखबीर सिंह का धन्नवादी हाँ। ये पिछले कई सालों तो तुहाडे इत्थे शब्द विचार करन आ रहे हैं। ये आ रहे हैं, तेजवीर सिंह आ रहा है, पुष्पिंदर आ रहा है, दलविंदर सिंह आ रहा है, दिलमोहन सिंह आ रहा, बड़े आते हैं। इन्हों ने मैनू दसते रहते हैं, वीर जी 37 सैक्टर अंदर संगतां बाणी दी विचार करदियां ने, बड़ा मज़ा आता है। शुक्रिया। वरना तो संगतां सूरज प्रकाश दी कहानियां च ही मस्त है। संगतां हर शब्द के अर्थ सूरज प्रकाश की कहानी नूं सुन के हिपनोटाइज्ड है, जद कि सूरज प्रकाश दियां कितनियां सारियां गल्लां गुरु ग्रंथ साहब दे नाल मैच ही नहीं खांदियां।
ਐਂਡ ਇਟ ਵਾਜ਼ ਨਾਟ ਰਿਟਨ ਐਟ ਦੈਟ ਟਾਈਮ ਜਦੋਂ ਹੈਪਨਿੰਗ ਹੋ ਰਹੀ ਸੀ, ਪਰ ਸੰਗਤਾਂ ਉਹਦੇ 'ਚ ਮਸਤ ਨੇ। ਵਰਲਡ ਵਾਈਡ ਪੀਪਲ ਆਰ ਟਿਊਨਡ ਔਰ ਇਮਿਊਨਡ ਔਰ ਉਹਦੇ ਨਸ਼ੇ ਵਿੱਚ ਮਸਤ ਨੇ ਕਿ ਕਹਾਣੀਆਂ, ਕਿੱਸੇ ਕਹਾਣੀਆਂ। ਜਦੋਂ ਵੀ ਆਏਗਾ ਕਾਹੇ ਪੂਤ ਝਗੜਾ ਤੋਂ ਸੰਗ ਬਾਪ, ਤਾਂ ਗੱਲ ਕੀਤੀ ਜਾਏਗੀ ਗੁਰੂ ਸਾਹਿਬ ਦਾ ਪੁੱਤਰ ਉਹਨਾਂ ਨਾਲ ਲੜ ਪਿਆ ਸੀ, ਉਹਦੇ ਬਾਰੇ ਹੈ। सो हम तो छूट गए, हमारी तो बात ही नहीं चल रही, 500 साल पहले की बात है, कर रहे हैं, देखो कितना इतिहास सुना रहे हैं, वाह जी वाह। पर जदों असी बाणी चो पढ़ांगे काहे पूत झगड़ा तो संग बाप, पूत कहते ने मेरे मन नूं, संग झगड़ा तो बाप, बाप का मतलब हुंदा है संतोख दे नाल मेरा मन लड़दा है। हुण शब्द सारा मेरे ते अप्लाई होना शुरू हो गया। थैंक्स मेरे वीर सुखबीर जी ने मैनूं कल दसिया कि संगतां बाणी खोजदियां, वीर जी तुसी मैक्सीमम ना बाणी ते ही गल करना। तो मैनूं बेनती भी की कि सुखबीर जी तुसी जानते ही हो पिछले असी 22-23 सालों तो असी तो बाणी की गल कर रहे हैं, असी तो इतिहास की गल ही नहीं करते। वी आर नॉट टॉकिंग अबाउट गॉड, वी आर नॉट टॉकिंग अबाउट हिस्टरी, वी आर टॉकिंग अबाउट गुरबाणी। और गुरबाणी मैनू जीवन जाच की सिखाती है, मैं अज किवें बदलां, हाउ आई कैन चेंज माई नैगेटिव एटीट्यूड, तो मैं चढ़ती कला च आ जावांगा। सो कहते ने जे 100 चंदा उगवे सूरज चढ़े हज़ार, इत्ते चानण होंदियां गुरबिन घोर अंधियार। गुरबिन का की मतलब होंदा, असी रोज़ आसा की वारी च पढ़ते हैं, कुंभे बद्धा जल रहे, कुंभे बद्धा जल रहे, जल बिन कुंभ ना हो, जल बिन कुंभ ना हो। ज्ञान का बद्दा मन रहे, ज्ञान का बद्दा मन रहे, गुर बिन ज्ञान ना होए, गुर बिन ज्ञान ना होए, कुंभे बद्दा जल रहे, कुंभे बद्दा। गुरु साहब कहते जिस तरह घड़े विच पानी रखते हैं ਅਤੇ घड़ा पानी नाल बनता, कुंभे बद्दा जल रहा है, जल बिन कुंभ ना होए, एक इल्यूजन दसिया, एक सीन दसिया, जैसे घड़े में पानी रखते हैं, जल बिन कुंभ ना होए, ਅਤੇ इस घड़े अंदर एक ਇਹਦੀ ਤਿਆਰੀ जल नाल होई है। अगली पंक्ति विच बहुत ग्रेट गल गुरु साहब ने की है। मैं वारने जाता गुरु पातशाह तो, इस तो बाद मैं सलाम करदा प्रोफैसर साहब सिंह जी नूं, जिन्हां ने गुरु ग्रंथ साहब दर्पण बना के सानू व्याकरण भी समझाई। असी व्याकरण का ध्यान नहीं रख रहे, सज्जन सच्चा पातशाह सिर शाहां दे शाहो पढ़ी जा रहे, सज्जन सच्चा पातशाह सिर शाहां दे शाह शुद्ध उच्चारण है। जिस पास बैठिया सोईए सबना दा विसाहो नहीं है, विसाह वेख्या विकसिया वे परवाह, वे परवाहो नहीं है। असी इन्हां गल्लां दा ध्यान नहीं रख रहे। कुंभे बद्दा जल रहा है, जल बिन कुंभ ना होए, गुरु नानक पातशाह कह रहे हैं महला पहला। हुण गुरु नानक पातशाह की दी गल कर रहे, कहते हैं ज्ञान का बद्दा मन रहा है, गुरु बिन ज्ञान ना होए। तो गुरु नानक पातशाह यह नहीं कह रहे मेरे बिना तुमको ज्ञान नहीं होगा, यह नहीं कह रहे। पहला लिखा ज्ञान का बद्दा मन रहा है, इस ज्ञान के नन्ने नूं औंकड़ नहीं है। इस तो बाद लिखा गुर बिन ज्ञान ना होए, उत्ते ज्ञान के नन्ने नूं औंकड़ है। वो ज्ञान का मतलब है सही मैने में तेरे को समझ रियलाइजेशन नहीं होगी। कदों? गुर बिन, गुर का मतलब होता है जदों दसे हुए मार्ग ते जुगती अनुसार जे तू नहीं टुरदा, इफ यू डू नॉट प्रैक्टिस अमली तौर पर। साडा अज का टॉपिक है
ਕਾਲੇ, ਕਾਲਖ, ਮੰਦੇ ਖਿਆਲ, ਮੰਦੇ ਖਿਆਲਾਂ ਦਾ ਸੁਭਾਅ ਹੁਣੇ ਡੀਡਸ ਵਿੱਚ ਨਹੀਂ ਆਇਆ, ਡੀਡਸ ਤੋਂ ਹੀ ਪਹਿਲਾਂ ਜਿੱਥੇ ਧਰਮ ਸਾਨੂੰ ਪਕੜ ਰਿਹਾ। ਉੱਥੇ ਜਦੋਂ ਗੱਲ ਕੀਤੀ ਜਾ ਰਹੀ ਹੈ ਨਾ, ਤਾਂ ਗੁਰਬਿੰਦ ਦਾ ਮਤਲਬ ਹੈ अमली जीवन जीने के बिना। गुरबिन ज्ञान है, सही समझ में नहीं आएगी। ज्ञान का बद्धा मन रहे, तैनू सतगुर दी मत चाहिदी है, पर सतगुर दी मत दी सानू सब नूं नॉलेज आ। असीं सारे जदों भी किसी नाल गल्लां करदे हां ਤਾਂ ਸਾਡੇ ਨਾਲ ਵੀ ਲੋਕੀ ਗੱਲਾਂ ਇੰਝ ਹੀ ਕਰਦੇ ਨੇ ਨਾ। ਫਿਰ ਵੀਰ ਜੀ ਉਸ ਪੰਕਤੀ ਦੇ ਕੀ ਅਰਥ ਨੇ? ਅੱਛਾ ਫਿਰ ਉਹ ਪੰਕਤੀ ਨਹੀਂ, ਫਿਰ ਉਹ ਪੰਕਤੀ ਲੈ ਬਾਣੀ 'ਚ ਲਿਖਿਆ, ਤੁਸੀਂ ਇਹ ਕਹਿੰਦੇ ਹੋ। ਸਾਨੂੰ ਸਭ ਨੂੰ ਪੰਕਤੀ ਘੁਮਾ ਕੇ ਮਾਰਨ ਦੀ ਸ਼ਾਟ ਦੀ ਆਦਤ ਹੈ, ਐਂਡ ਵੀ ਆਲ ਨੋ। ਪਰ ਕੀ ਮੈਨੂੰ ਕਾਲਖ ਤੰਗ ਕਰਦੀ ਹੈ? ਫੋਰ ਐਗਜ਼ਾਮਪਲ ਮੈਂ ਆਪਣੇ ਚੁਕਾਵਾਂ, ਇਹ ਬੋਲ ਰਿਹਾ ਔਰ ਇਹ ਗਲਤ ਬੋਲ ਰਿਹਾ ਔਰ ਮੈਂ ਸਾਹਮਣੇ ਬੈਠ ਕੇ ਸੁਣ ਰਿਹਾ, ਤਾਂ ਮੈਨੂੰ ਹੰਕਾਰ ਆਈ ਜਾ ਰਿਹਾ। ਇਹ ਕਾਲਖ ਹੈ, ਇਹ ਕਾਲਖ ਮੈਨੂੰ ਸਤਾ ਰਹੀ ਹੈ। मेरे को तेरे से ज्ञान ज़्यादा है और तेरे को अक्ल घट है। ਇੰਝ ਹੀ ਰਾਗ ਵਿੱਚ ਹੁੰਦਾ ਹੈ। ਰਾਗ ਵਾਲੇ ਕੀ ਸੋਚ ਲੈਂਦੇ ਨੇ, ਇਹ ਕੀ ਗਾ ਰਿਹਾ, ਤਾਲ ਵਿੱਚ ਨਹੀਂ ਗਾ ਰਿਹਾ, ਸੁਰ ਵਿੱਚ ਨਹੀਂ ਗਾ ਰਿਹਾ, ਰਾਗ ਰਾਤ ਦਾ ਸਵੇਰੇ ਗਾ ਰਿਹਾ। बस ਇੱਥੇ तक ही। राग कौन सा है, कब गाया जा रहा है, ताल कैसी है, ठीक बजाई कि नहीं बजाई, गला बिल्कुल ठीक है, इसका गला ऊपर नहीं जाता, इसका नीचे जाता है। वो इन्हां गल्लां 'ਚ ही रहंदे ने। और असीं सिख जगत 'ਚ यही गल्लां करते रहंदे आ, फलाना रागी बहुत अच्छा है, मिठा है, अलाप बड़ा वधिया करदा है, तबला सोहਣਾ वजांदे ने। जदों वो रागी आंदे ने, मैं गुरुद्वारे जांदा ही नहीं, वो वाले रागी तो मैनूं पसंद ही नहीं ने। इस तरीके दे नाल असीं अपनी चॉइस ਦੇ ਮੁਤਾਬਕ ਸਾਰੇ ਲੱਗੇ ਰਹਿੰਦੇ ਆ, ਉਹਨੂੰ ਹਿਰਨ ਦੀ ਜੂਨ ਵਿੱਚ ਪੈ ਜਾਂਦੇ ਆ, ਨਾਦ ਰੋਗ ਵਿੱਚ। ਗਿਆਨ का बद्धा मान रहा है, गुरबिन ज्ञान ना होए। जदों तक तू सच सुन के समझ के उस अनुसार सुनिया मनिया मन कीता भाव अनुसार नहीं जीवेगा। जे नहीं जीवेगा तो की होएगा? इत्ते चानण होंदे आ, इत्थे हुण चानण प्रतीक बन जाएगा बाहरों कीते होए कर्म कांड। बाहरों कीते हुए कर्मा कांडां दे पाखंड नाल कुछ नहीं होएगा। ਅਸੀਂ ਪਰਸੋਂ ਰਾਤੀ ਸ਼ਲੋਕ ਪੜ੍ਹਿਆ, ਲੜੀਵਾਰ ਫਰੀਦ ਜੀ ਦੇ ਸ਼ਲੋਕ ਜਿਹੜੇ ਤੁਸੀਂ ਹਰ ਸੈਟਰਡੇ ਸੰਡੇ ਟਾਈਮ ਟੀਵੀ ਚੜ੍ਹਦੀ ਕਲਾ 'ਤੇ ਦੇਖ ਰਹੇ ਹੋ। ਅਸੀਂ ਬੜੀ ਆਸਤਾ ਆਸਤਾ ਪਿਛਲੇ ਕਿਤਨੇ ਸਾਲਾਂ ਤੋਂ, 10 ਸਾਲਾਂ ਤੋਂ ਆਸਤਾ ਆਸਤਾ 32-33 ਸ਼ਲੋਕ ਤੱਕ ਪਹੁੰਚੇ ਹਾਂ। ਫਰੀਦ ਜੀ ਦੇ ਕਰੀਬਨ 130 ਸ਼ਲੋਕ ਨੇ। ਤਾਂ ਸ਼ਲੋਕ ਆਇਆ ਸਾਡਾ ਪਰਸੋਂ ਰਾਤੀ ਹਰਗੋਬਿੰਦ ਅੰਕਲੇਵ, ਨਾਤੀ ਧੋਤੀ ਸੰਭਹੀ। ਫਰੀਦ ਜੀ ਕਹਿ ਰਹੇ ਨੇ, ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ, ਰਹੀ ਸੋ ਬੇੜੀ ਹਿੰਗਦੀ, ਗਈ ਕਥੂਰੀ ਗੰਧ। ਫਰੀਦ ਜੀ ਕਹਿੰਦੇ ਨੇ ਇੱਕ ਇਸਤਰੀ ਨਹਾਈ ਵੀ, ਧੋਈ ਵੀ ਅਤੇ ਬੜਾ ਮੈਚਿੰਗ ਸਾਰਾ ਸ਼ਿੰਗਾਰ ਕੀਤਾ। ਕੱਪੜਿਆਂ ਨੂੰ ਕੰਟਰਾਸਟ ਦੇ ਨਾਲ, ਮੈਚਿੰਗ ਦੇ ਨਾਲ, ਵਾਲਾਂ ਸਮੇਤ, ਵਾਲ ਦੇ ਕਲਿੱਪ ਸਮੇਤ, ਜੁਐਲਰੀ ਸਮੇਤ अपना सारा श्रृंगार परसनल मैच करके सारा कुछ तैयार कर लिया। इस अवस्था नूं की कहंदे ने? संभही। नाती धोती संभही। और जदों मिलन दा वेला आया, सौ गई। नाती धोती संभही, सुत्ती आए नचिंद, एवें घूक नींद ने बेफिक्र ही सो गई, इग्नोरेंट होके सो गई। नुकसान पता की होया? फरीदा रही सो बेड़ी हिंग दी, हिंग मतलब बदबू दी बेड़ी भरी रह गई, अंदर ही रह गई, मिलन तो होया ही ना। रही सो बेड़ी हिंग दी, गई कथूरी गंध, कथूरी कस्तूरी दी खुशबू वाली सारी वो गुणा वाली अवस्था गई, अंदर खुशबू गायब हो।